ਅਸੀਂ ਅੱਜ ਅੱਗੇ ਕਰਦੇ ਹਾਂ ਲੌਗਰਿਥਮਸ ਦਾ ਲੈਕਚਰ 3 ਹੈਗਾ। ਉਹਦੇ ਵਿੱਚ ਕੀ ਕਰਦੇ ਹਾਂ ਅਸੀਂ ਕਿਸੇ ਨੰਬਰ ਦਾ ਅਸੀਂ ਲੌਗ ਕਿੱਦਾਂ ਲੈਂਦੇ ਹਾਂ। ਸਾਡੇ ਕੋਲ ਦੋ ਤਰ੍ਹਾਂ ਦੇ ਲੌਗਰਿਥਮ ਹੁੰਦੇ ਆ, ਕਾਮਨ ਲੌਗਰਿਥਮਸ ਹੁੰਦੇ, ਨੈਚੁਰਲ ਲੌਗਰਿਥਮ ਜਿਹੜੇ ਬੇਸ 10 ਨਾਲ ਹੁੰਦੇ ਆ ਨਾ, ਕਾਮਨ ਲੌਗਰਿਥਮ ਕਹਿੰਦੇ ਇਹਨਾਂ ਨੂੰ। ਬੇਸ 10 ਹੁੰਦਾ ਤੇ ਨੈਚੁਰਲ ਲੌਗਰਿਥਮ ਹੁੰਦੇ ਆ ਉਹਨਾਂ ਦਾ ਬੇਸ E ਹੁੰਦਾ ਹੈ। ਬੇਸ E ਹੋਇਆ ਜਿਵੇਂ ਕਹਿੰਦੇ ਨੈਚੁਰਲ ਲੌਗਰਿਥਮਸ। ਠੀਕ ਹੈ, ਹੁਣ ਅਸੀਂ ਅੱਗੇ ਗੱਲ ਕਰਦੇ ਹਾਂ। E ਨਾ ਇੱਕ ਕਾਂਸਟੈਂਟ ਹੈ ਸਾਡਾ, E ਦੀ ਵੈਲਿਊ ਹੁੰਦੀ ਹੈ 1 plus 1 upon 1 factorial plus 1 upon 2 factorial up to infinite तक ऐसा टर्म्स का सम होता है। और ये अप्रॉक्सीमेट वैल्यू है 2.718 अप्रॉक्सीमेट वैल्यू है बट नॉट एग्जैक्टली ਇਹਦੇ ਇਕੁਅਲ ਨਹੀਂ ਹੁੰਦੀ ਬਿਲਕੁਲ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਪਏ ਹਾਂ ਕਿ ਹਾਊ ਟੂ ਟੇਕ ਲੌਗਰਿਥਮ ਆਫ ਅ ਨੰਬਰ। ਤਾਂ ਉਹਦੇ ਚ ਕਰਦੇ ਆ ਕੰਮ ਅਸੀਂ। ਲਓ ਤੁਹਾਡੇ ਕੋਲ ਲੌਗ ਟੇਬਲ ਕਿਹਾ ਸੀ ਲੈਂਦੇ ਆ ਤੁਸੀਂ ਸਾਰਿਆਂ ਨੂੰ ਲੌਗ ਟੇਬਲਸ। ਲਓ ਕਿਸੇ ਨੰਬਰ ਦਾ ਅਸੀਂ ਲੌਗ ਲੈਣਾ ਹੈਗਾ ਤਾਂ ਕੀ ਕਰਦੇ ਆ। ਸਪੋਜ਼ ਅਸੀਂ ਲੌਗ ਲੈਣਾ ਹੈਗਾ ਇਹਦਾ ਨੰਬਰ ਦਾ, let's have this number log of 2145 suppose ਇਹਦਾ log ਲੈਣਾ ਹੈ ਇੱਕ ਬੇਸ 10 ਕਿਉਂਕਿ ਅਸੀਂ ਜਿਹੜਾ ਕਾਮਨ ਲੌਗਰਿਥਮਸ ਆ ਉਹੀ ਲੈਣਾ ਹੈ ਜ਼ਿਆਦਾ ਉਹਦਾ ਹੀ ਟੇਬਲ ਬਣਾਏ ਹੋਏ ਨੇ ਜਿਹੜੇ ਟੇਬਲ ਆਪਾਂ ਉਹਨੇ ਤੁਹਾਨੂੰ ਦਿਖਾਏ ਸੀ। तो लॉगरिथम ऑफ 2145 बेस लेना है बेस 10 ਇਹਦਾ ਪਤਾ ਕਰਨਾ ਚਾਹੁੰਦਾ ਕਿ ਇਹਦੀ log ਦੀ ਵੈਲਿਊ ਕਿੰਨੀ ਹੈ। ਸੋ ਤੋਂ ਪਹਿਲਾਂ ਤੁਸੀਂ ਦੇਖੋ ਪੁਆਇੰਟ ਕਿੱਥੇ ਹੈ, ਕਿਤੇ ਨਹੀਂ ਲੱਗਿਆ ਹੋਣਾ ਪੁਆਇੰਟ, ਤਾਂ ਅਸੀਂ ਐਂਡ ਤੇ ਜਾ ਕੇ ਪੁਆਇੰਟ ਲਗਾ ਲਏ ਤੋਂ ਉੱਪਰ ਕੀ ਪੈਂਦਾ ਹੈ। ਤਾਂ ਜੇ ਇੱਥੇ ਪੁਆਇੰਟ 0 ਕਰ ਲਏ ਤੋਂ ਉੱਪਰ ਕੀ ਪੈਂਦਾ ਸੇਮ ਥਿੰਗ ਰਾਈਟ। ਸੋ ਆਈ ਕੈਨ ਰਾਈਟ ਇਟ ਐਸ log of 2145.0 to base 10। ਤੁਹਾਨੂੰ ਇਹ ਲੋੜ ਪਊਗੀ ਕੈਮਿਸਟਰੀ ਦੇ ਵਿੱਚ ਵੀ ਜ਼ਰੂਰਤ ਪੈਂਦੀ ਹੋਣੀ ਲੌਗ ਦੀ। ਹੁਣ ਅਸੀਂ ਦੇਖਦੇ ਹਾਂ ਲੌਗ ਲੈਣ ਵਾਸਤੇ ਪੁਆਇੰਟ ਤੋਂ ਪਹਿਲਾਂ ਕਿੰਨੇ ਡਿਜਿਟਸ ਨੇ 1 2 3 4 4 ਡਿਜਿਟਸ ਹੈਗੇ ਨੇ ਪੁਆਇੰਟ ਤੋਂ ਪਹਿਲਾਂ ਅੱਗੇ। ਤਾਂ ਅਸੀਂ ਇੱਥੇ ਉਸ ਤੋਂ ਇੱਕ ਲੈਸ ਲਿਖਦੇ ਹਾਂ 3 ਲਿਖਦੇ ਹਾਂ। ਤਾਂ 4 ਡਿਜਿਟਸ ਸੀ ਨਾ ਪੁਆਇੰਟ ਤੋਂ ਪਹਿਲਾਂ 4 minus 1 3 ਲਿਖਾਂਗੇ ਅਸੀਂ, ਇਹਨੂੰ ਅਸੀਂ ਕਰੈਕਟਰਿਸਟਿਕ ਕਹਿੰਦੇ ਆ। ਹੁਣ ਇੱਕ ਪੁਆਇੰਟ ਆਪਣੇ ਕੋਲ ਲਗਾ ਦਿਓ ਬਸ। ਹੁਣ ਅਸੀਂ ਦੇਖਾਂਗੇ ਲੌਗ ਇਹਦਾ ਟੇਬਲ ਦੇ ਵਿੱਚੋਂ ਦੇਖਾਂਗੇ ਇਹਦਾ ਲੌਗ ਕਿੰਨਾ ਹੋਊਗਾ। ਉਹਦਾ ਤਰੀਕਾ ਕੀ ਹੈ, ਇਹ 2145 ਹੈ ਨਾ, ਇਹਦੇ ਫਸਟ 2 ਡਿਜਿਟਸ ਸਾਡੇ ਕੋਲ ਇੱਥੇ ਟੇਬਲ ਬਣਿਆ ਹੋਇਆ ਹੈ ਲੌਗ ਟੇਬਲ। ਇੱਧਰਲੇ ਪਾਸੇ ਇੱਕ ਤਾਂ ਫਸਟ ਜਿਹੜੀ ਰੋ ਹੈ ਕਾਲਮ ਜਿਹੜਾ ਹੈਗਾ ਫਸਟ ਇਹ 10 ਤੋਂ ਸ਼ੁਰੂ ਕਰਦਾ 10 11 12 ਇਸ ਤਰ੍ਹਾਂ। ਇਹਦੇ 'ਚ ਜਿੱਥੇ 21 ਆ ਜਾਊਗਾ ਅਸੀਂ ਉੱਥੇ ਦੇਖਾਂਗੇ। ਇੱਕ ਅਸੀਂ ਇਹਦੇ ਸਾਹਮਣੇ ਜਾ ਕੇ ਫਿਰ ਇੱਥੇ ਵੀ ਸ਼ੁਰੂ ਕੀਤਾ ਹੈ 0 1 2 3 4 5 6 7 8 9 ਤੱਕ। ਇਹਦੇ 'ਚ ਅਸੀਂ ਤੀਸਰਾ ਡਿਜਿਟ 4 ਹੈ ਨਾ, ਫਸਟ 2 ਡਿਜਿਟਸ ਅਸੀਂ ਇਹਦੇ 'ਚ ਦੇਖਣੇ ਆ। ਤੀਸਰਾ ਡਿਜਿਟ ਅਸੀਂ ਜਿਹੜਾ ਕਿੱਥੇ ਦੇਖਣਾ, ਤੀਸਰਾ ਡਿਜਿਟ ਅਸੀਂ ਦੇਖਣਾ ਹੈਗਾ 4 ਜਿਹੜਾ ਹੈ ਉਹ ਇੱਥੇ ਦੇਖਣਾ ਉੱਪਰ ਵਾਲੀ ਰੋ ਦੇ ਵਿੱਚ। ਤਾਂ ਇਹਦੇ ਸਾਹਮਣੇ ਇਹਦੇ ਨੀਚੇ ਜਿੱਥੇ ਇਹ ਕ੍ਰਾਸ ਕਰਨਗੇ ਇੱਥੇ ਇੱਕ ਨੰਬਰ ਹੈ ਸਾਡੇ ਕੋਲ, ਜਿਹੜਾ ਉਹ ਨੰਬਰ ਹੋਏਗਾ ਉਹ ਲਿਖ ਲੈਣਾ ਅਸੀਂ ਇੱਥੇ। ਫਿਰ ਇੱਕ ਡਿਜਿਟ ਅਜੇ ਹੋਰ ਪਿਆ 5th। ਇਸ ਤੋਂ ਬਾਅਦ ਇੱਥੇ ਜਾ ਕੇ ਫਿਰ ਲੌਗ ਟੇਬਲ ਦੇ ਵਿੱਚ ਇੱਥੇ ਫਿਰ 1 2 3 ਐਸਾ ਕਰਕੇ 9 ਤੱਕ ਫਿਰ ਲਿਖੇ ਹੋਏ। ਫਿਰ ਇਸ ਲਾਈਨ ਦੇ ਸਾਹਮਣੇ ਪਲੱਸ ਇੱਥੇ ਜਿਹੜਾ 5 ਹੈ ਜਿੱਥੇ ਉਹਦੇ ਨੀਚੇ ਜਿਹੜਾ ਇੱਥੇ ਨੰਬਰ ਆਊਗਾ ਉਹ ਇਹ ਨੰਬਰ ਦੇ ਵਿੱਚ ਆਹ ਨੰਬਰ ਐਡ ਕਰਕੇ
फिर साडे कोल जिहड़ा आऊगा वो इत्थे लिखना सी। मेरे ख्याल तो समझ आ गई गल की करना सर जेड़ा उत्ते इक्वल टू पा के 3 लिखे स्टार्ट तो दस एक बार। हाँ पहला तो असी जे पॉइंट नहीं हैगा जे मेरे पॉइंट है नहीं सी तो पॉइंट लिख के असी 0 लगा लिया एंड ते कोई फर्क नहीं पिया। दूसरी गल फिर पॉइंट तो पहला किन्ने डिजिट ने साडे कोल डिजिट्स किन्ने है 4 डिजिट्स है जे 4 डिजिट्स है तो 3 लिखांगे एक लेस लिखांगे जे पॉइंट तो पहला 2 डिजिट्स ਹੁੰਦੇ ਤਾਂ ਇੱਥੇ 1 ਲਿਖਦੇ ਅਸੀਂ ਇਹਨੂੰ ਕੈਰੈਕਟਰਿਸਟਿਕ ਕਹਿੰਦੇ ਆ ਅਸੀਂ। ਹੁਣ ਜਿਹੜਾ ਇਸ ਤੋਂ ਬਾਅਦ ਵਾਲਾ ਲਿਖਾਂਗੇ ਉਹਨੂੰ ਮੰਟੀਸਾ ਕਹਿੰਦੇ ਆ ਅਸੀਂ ਇਹਨੂੰ ਕੀ ਕਹਿੰਦੇ ਕੈਰੈਕਟਰਿਸਟਿਕ। ਤੇ ਇਸ ਤੋਂ ਨੈਕਸਟ ਵਾਲੇ ਨੰਬਰ ਲਿਖਾਂਗੇ ਉਹ ਮੰਟੀਸਾ। ਉਹ ਮੰਟੀਸਾ ਕਿੱਥੋਂ ਫਾਈਂਡ ਆਊਟ ਕਰਨਾ ਹੈ ਆ ਜਿਹੜਾ ਨੰਬਰ ਹੈ ਇਹਦੇ ਫਰਸਟ 2 ਡਿਜਿਟਸ ਐਸ ਲਾਈਨ ਦੇ ਵਿੱਚ ਦੇਖਣੇ ਅਸੀਂ ਥਰਡ ਡਿਜਿਟ ਇੱਥੇ ਦੇਖਣਾ ਜਿੱਥੇ ਦੋਨੋਂ ਆਪਸ ਮੀਟ ਕਰਦੇ ਆ ਉਹ ਸਾਡਾ ਨੰਬਰ ਇੱਕ ਤਾਂ ਉਹ ਲੈ ਲੈਣਾ ਅਸੀਂ। ਇੱਕ ਨੰਬਰ ਅਸੀਂ ਲੈਣਾ ਇਸ ਤੋਂ ਅੱਗੇ ਜਾ ਕੇ ਜਿਹੜਾ ਫੋਰਥ ਡਿਜਿਟ ਰਹੇਗਾ ਸੀ ਇੱਥੇ ਇਹਨੂੰ ਮੀਨ ਡਿਫਰੈਂਸਸ ਲਿਖਿਆ ਹੁੰਦਾ ਤੇ ਮੀਨ ਡਿਫਰੈਂਸਸ ਤਾਂ ਸਾਡਾ ਨੈਕਸਟ ਡਿਜਿਟ ਜਿਹੜਾ ਹੈਗਾ ਉਹ 5 ਹੈ ਤਾਂ 5 ਦਾ ਮੀਨ ਡਿਫਰੈਂਸ ਲੈਣਾ ਅਸੀਂ ਇੱਥੇ ਆਹੀ 21 ਦੇ ਸਾਹਮਣੇ 5 ਦਾ ਮੀਨ ਡਿਫਰੈਂਸ ਜਿਹੜਾ ਨੰਬਰ ਆ ਜੂ ਆ ਨੰਬਰ ਤੇ ਆ ਨੰਬਰ ਦੋਨੋਂ ਐਡ ਕਰਨਾ ਉਹ ਸਾਡਾ ਮੰਟੀਸਾ ਆ ਜੂਗਾ। ਸੋ ਅਸੀਂ ਇੱਥੇ ਦੇਖਦੇ ਟੇਬਲ ਦੇ ਵਿੱਚ ਆ ਦੇਖੋ ਇੱਥੇ 21 ਆ ਗਿਆ ਇਹਦੇ ਚ ਉੱਪਰ 4 ਦੇਖਾਂਗੇ ਕਿਉਂਕਿ ਫਸਟ 2 ਡਿਜਿਟਸ 21 ਸੀ ਥਰਡ ਡਿਜਿਟ ਹੈਗਾ 4 ਔਰ ਇਹਨਾਂ 21 ਦੇ ਸਾਹਮਣੇ ਤੇ 4 ਦੇ ਨੀਚੇ ਇਹ ਨੰਬਰ ਆ ਗਿਆ 3304 ਤੇ ਫਿਰ ਇਸ ਤੋਂ ਅੱਗੇ ਚਲੇ ਜਾਈਏ ਸਿੱਧਾ ਮੀਨ ਡਿਫਰੈਂਸ ਆ ਜਿਹੜੇ ਨੇ ਮੀਨ ਡਿਫਰੈਂਸ ਹੈ ਇਹਦੇ ਚ ਫਿਰ ਸਾਡਾ ਫੋਰਥ ਡਿਜਿਟ ਸੀ 5 ਇਹਦੇ ਨੀਚੇ ਮੀਨ ਡਿਫਰੈਂਸ ਕਿਹੜਾ ਸਾਡੇ ਕੋਲ ਇੱਥੇ 10 ਸੋ 10 ਇਹਦੇ ਚ ਐਡ ਕਰ ਲਾਂਗੇ 3304 plus 10 ਕਰਾਂਗੇ ਤਾਂ 3314 ਬਣ ਗਿਆ ਹੈ। ਠੀਕ ਹੈ ਜੀ ਪਤਾ ਚੱਲ ਗਿਆ। ਹਾਂਜੀ 33 ਇਹਦਾ ਲੌਕ ਹੈ ਨਾ 3304 plus 10 ਕਰਾਂਗੇ ਤਾਂ 40 ਸੋ ਇੱਥੇ ਆਉ 3314 ਮੇਰੇ ਖਿਆਲ ਗੱਲ ਸਮਝ ਆ ਗਈ ਸਾਰਿਆਂ ਨੂੰ। ਹਾਂਜੀ ਠੀਕ ਹੈ ਤਾਂ ਸਾਡਾ ਲੌਗ ਜਿਹੜਾ 2145 ਦਾ ਲੌਗ ਕਿੰਨਾ ਹੈਗਾ 3.3314 ਠੀਕ ਹੈ ਜੀ। ਤਾਂ ਇੱਥੇ ਮੈਂ ਗੱਲ ਕਰਾਂ ਤਾਂ ਇੱਕ ਐਂਟੀ ਲੌਗ ਹੁੰਦਾ ਸਾਡਾ ਇਹਦਾ ਮਤਲਬ ਐਂਟੀ ਲੌਗ ਜਦੋਂ ਅਸੀਂ ਕਹਿੰਦੇ ਐਂਟੀ ਲੌਗ ਆਫ 3.3314 ਜਿਹਦਾ ਐਂਟੀ ਲੌਗ ਲੈਣਾ ਉਹ ਆ ਵਾਲਾ ਨੰਬਰ ਹੈ ਇਹਦਾ ਲੌਗ ਆ ਔਰ ਇਹਦਾ ਐਂਟੀ ਲੌਗ ਆ ਉਲਟਾ। ਸੋ ਇਹਦਾ ਐਂਟੀ ਲੌਗ ਕਿੰਨਾ 2145 ਉਹ ਵੀ ਦੇਖਾਂਗੇ ਅਸੀਂ ਐਂਟੀ ਲੌਗ ਦੇ ਵਿੱਚੋਂ ਟੇਬਲ ਦੇ ਵਿੱਚੋਂ ਜਦੋਂ ਐਂਟੀ ਲੌਗ ਦੇਖਣਾ ਹੈ ਤੁਸੀਂ ਇਹਦਾ ਐਂਟੀ ਲੌਗ ਦੇਖਣਾ ਦਿਖਾਉਣਾ ਤੁਹਾਨੂੰ ਮੈਂ ਇਹਦਾ ਆਹੀ ਆਊਗਾ ਐਂਟੀ ਲੌਗ ਦੇਖਣ ਦਾ ਪਹਿਲਾਂ ਪੁਆਇੰਟ ਤੋਂ ਪਹਿਲਾਂ ਵਾਲੇ ਡਿਜਿਟ ਨੂੰ ਭੁੱਲ ਜਾਓ ਆ ਹੈ ਹੀ ਨਹੀਂ ਸਾਡੇ ਕੋਲ ਇੱਕ ਵਾਰੀ। ਹੁਣ ਪੁਆਇੰਟ ਫਸਟ 2 ਡਿਜਿਟਸ ਐਂਟੀ ਲੌਗ ਦੇ ਵਿੱਚ ਵੀ ਇਸ ਤਰ੍ਹਾਂ ਹੀ ਟੇਬਲ ਬਣਿਆ ਹੋਇਆ ਹੋਊਗਾ ਜਿਸ ਤਰ੍ਹਾਂ ਵਾਲਾ ਟੇਬਲ ਲੌਗ ਦੇ ਵਿੱਚ ਬਣਿਆ ਹੋਇਆ ਇਸ ਤਰ੍ਹਾਂ ਐਂਟੀ ਲੌਗ ਦੇ ਵਿੱਚ ਬਣਿਆ ਹੋਇਆ ਉਹਦੇ ਚ ਵੀ ਫਸਟ 2 ਡਿਜਿਟਸ ਅਸੀਂ ਇਸ ਰੋ ਦੇ ਵਿੱਚ ਦੇਖਦੇ ਹਾਂ ਕਾਲਮ ਵਿੱਚ ਦੇਖਦੇ ਹਾਂ ਥਰਡ ਡਿਜਿਟ ਦੇ ਨੀਚੇ ਦੇਖਦੇ ਹਾਂ ਫੋਰਥ ਡਿਜਿਟ ਦਾ ਜਿਹੜਾ ਮੀਨ ਡਿਫਰੈਂਸ ਹੁੰਦਾ ਉਹ ਐਡ ਕਰਦੇ ਹਾਂ। ਤਾਂ ਅਸੀਂ ਹੁਣ ਐਂਟੀ ਲੌਗ ਟੇਬਲ ਦੇਖਦੇ ਹਾਂ ਆ ਦੇਖ ਜਿਵੇਂ ਇੱਥੇ ਐਂਟੀ ਲੌਗ ਲਿਖਿਆ ਹੈ ਨਾ ਪਹਿਲਾਂ ਤੁਸੀਂ ਦੇਖ ਰਹੇ ਸੀ ਉਹਦੇ ਚ ਲੌਗ ਲਿਖਿਆ ਸੀ ਇੱਥੇ ਲੌਗਰਿਥਮਸ ਲਿਖਿਆ ਸੀ ਹੁਣ ਅਸੀਂ ਦੇਖਾਂਗੇ ਜਿਹੜਾ ਉਹ ਐਂਟੀ ਲੌਗ ਦੇਖਾਂਗੇ ਅਸੀਂ ਐਂਟੀ ਲੌਗਰਿਥਮ ਆ ਸੀ ਇਹਦੇ ਫਸਟ 2 ਡਿਜਿਟਸ ਕੀ ਲੈਣੇ ਅਸੀਂ 33 ਆਹ ਵਾਲਾ ਛੱਡ ਦੇਣਾ ਇੱਕ ਵਾਰੀ ਬਾਅਦ ਚ ਕੰਮ ਲਵਾਂਗੇ ਅਸੀਂ ਇਸ ਤੋਂ 0.33 ਆ ਸੀ ਸਾਡਾ ਇਹਦੇ ਸਾਹਮਣੇ ਤੇ ਤੀਸਰਾ ਡਿਜਿਟ ਕੀ ਹੈਗਾ 1 ਦੇ ਨੀਚੇ 4 ਦਾ ਜਿਹੜਾ ਮੀਨ ਐਡ ਕਰਨਾ ਸੀ। ਸੋ ਲੈਟਸ ਸੀ 33 ਦੇ ਸਾਹਮਣੇ 1 ਦੇ ਨੀਚੇ ਤੇ ਆਹ ਵਾਲਾ ਨੰਬਰ ਆ ਗਿਆ 2143 ਪਲੱਸ 4 ਦਾ 4 ਹੈਗਾ ਦੇ ਨੀਚੇ ਕੀ ਆ ਰਿਹਾ ਇੱਥੇ 2 0.33 ਦੇ ਸਾਹਮਣੇ ਔਰ 4 ਦੇ ਨੀਚੇ ਜਿਹੜਾ ਸਾਡੇ ਕੋਲੇ
ਜਿਹਨੂੰ ਅਸੀਂ ਮੀਨ ਡਿਫਰੈਂਸ ਕਹਿੰਦੇ ਉਹ 2 ਆ ਗਿਆ। ਸੋ ਇਹਦੇ ਚ ਐਡ ਕਰ ਲੈਣਾ ਅਸੀਂ 2143 plus 2 ਤਾਂ ਕਿੰਨਾ ਆ ਜਾਊਗਾ 2143 plus 2 ਕਰਾਂਗੇ ਤਾਂ 2145 ਬਣ ਗਿਆ। ਦੇਖੋ ਜੀ ਜਦੋਂ ਅਸੀਂ ਐਂਟੀਲੌਗ ਟੇਬਲ ਵਿੱਚ ਇਹਦੀ ਵੈਲਿਊ ਦੇਖੀ ਤਾਂ ਹੁਣ ਆ ਜਿਹੜਾ ਸਾਡਾ ਪੁਆਇੰਟ ਤੋਂ ਪਹਿਲਾਂ ਵਾਲਾ ਡਿਜਿਟ ਹੈ ਇਹ ਸਾਨੂੰ ਦੱਸਦਾ ਹੈ ਕਿ ਪੁਆਇੰਟ ਕਿੱਥੇ ਲਗਾਉਣਾ। ਜਿਹੜਾ ਨੰਬਰ ਆਇਆ ਸਾਡਾ ਐਂਟੀਲੌਗ ਲੈ ਕੇ ਇਹਦੇ ਵਿੱਚ ਪੁਆਇੰਟ ਕਿੱਥੇ ਲਗਾਉਣਾ ਹੈ ਅਸੀਂ ਇਹਨੂੰ 3 ਹੈ ਇੱਥੇ ਕੈਰੈਕਟਰਿਸਟਿਕ ਇਹਦੀ ਤੇ ਇਹਦੇ ਚ ਇੱਕ ਐਡ ਕਰ ਲਓ। ਲੌਗ ਲੈਣ ਲੱਗਿਆ ਇੱਕ ਮਾਈਨਸ ਕਰ ਲੈਣਾ, ਐਂਟੀਲੌਗ ਲੈਣ ਲੱਗਿਆ ਇਹਦੇ ਚ ਇੱਕ ਪਲੱਸ ਕਰ ਲੈਣਾ ਤਾਂ 4 ਹੋ ਗਿਆ। ਇਹਦਾ ਮਤਲਬ 4 ਡਿਜਿਟਸ ਛੱਡ ਕੇ ਫਿਰ ਪੁਆਇੰਟ ਲਗਾਉਣਾ। ਕੀ ਕਰਨਾ 4 ਡਿਜਿਟ ਛੱਡ ਕੇ 2 1 2 3 4 ਡਿਜਿਟ ਹੋ ਗਿਆ 4 ਫਿਰ ਪੁਆਇੰਟ ਲਗਾਉਣਾ ਤਾਂ ਇਸ ਤੋਂ ਬਾਅਦ ਜਿਹੜਾ ਪੁਆਇੰਟ ਲਗਾਵਾਂਗੇ ਉਹਦਾ ਕੋਈ ਮੀਨਿੰਗ ਨਹੀਂ ਹੁੰਦਾ। 0 ਲਿਖ ਲੈਣਾ ਇਹਨੂੰ ਤੇ ਸਾਡੇ ਕੋਲ ਐਂਟੀਲੌਗ ਇਹਦਾ ਕਿੰਨਾ ਆਇਆ ਐਂਟੀਲੌਗ ਆਫ 3.3314 ਕਿੰਨਾ ਆ ਗਿਆ ਦੇਖੋ 2145। ਇਹ ਉਹਦੇ ਉਲਟ ਪ੍ਰੋਸੈਸ ਹੈ ਬਿਲਕੁਲ। ਇਹ ਟੇਬਲ ਵੀ ਜਿਹੜੇ ਦੋਨੋਂ ਟੇਬਲ ਸਾਨੂੰ ਬਣਾ ਕੇ ਦਿੱਤੇ ਹੈ ਇਹ ਟੇਬਲ ਤੁਹਾਨੂੰ ਕੀ ਦੱਸਿਆ ਸੀਗਾ ਮੈਂ ਤੁਹਾਨੂੰ ਕੱਲ ਨਾਮ ਲੌਗ ਟੇਬਲਸ ਬਣਾਏ ਜਿਹੜੇ ਮੈਥਮੈਟੀਸ਼ੀਅਨ ਨੇ ਉਹਨੇ ਬਣਾ ਕੇ ਦਿੱਤੇ ਤੁਹਾਨੂੰ ਜ਼ਿਆਦਾ ਤੁਹਾਨੂੰ ਨਾਮ ਮੈਂ ਭੁੱਲ ਗਿਆ ਚੱਲ ਦੱਸਦਾ ਫਿਰ ਆ ਸੋ ਹੋਰ ਕਰਦੇ ਅਸੀਂ ਐਗਜ਼ਾਮਪਲਸ ਹੋਰ ਐਗਜ਼ਾਮਪਲ ਲੈਂਦੇ ਤੁਹਾਨੂੰ ਕਲੈਰਿਟੀ ਹੋਊਗੀ। ਲੈਟ ਮੀ ਟੇਕ some more examples. ਜੇ ਤੁਸੀਂ logarithm of say 1.205 ਦਾ ਦੇਖਣਾ ਹੈ ਬੇਸ 10 ਇਹਦਾ log ਦੇਖਣਾ ਤਾਂ ਸਭ ਤੋਂ ਪਹਿਲਾਂ ਅਸੀਂ ਕੈਰੈਕਟਰਿਸਟਿਕ ਲਿਖਾਂਗੇ ਕਿੰਨਾ ਪੁਆਇੰਟ ਤੋਂ ਪਹਿਲਾਂ ਕਿੰਨੇ ਡਿਜਿਟਸ ਨੇ 1 ਡਿਜਿਟ ਹੈ ਤਾਂ 1 ਦੇ ਵਿੱਚੋਂ 1 ਮਾਈਨਸ ਕਰਕੇ 0 ਡਿਜਿਟ ਲੈਣਾ ਅਸੀਂ। ਆ 1 ਦਾ ਮਤਲਬ ਇਹ ਵਾਲਾ 1 ਨਹੀਂ ਮੈਨੂੰ ਇੱਥੇ ਲਿਖਾ ਰੱਖੋ 2 ਹੀ ਲੈਣਾ ਹੈ। ਚਲੋ ਇਹਦਾ log ਦੇਖਣਾ ਸੀ ਤਾਂ ਪੁਆਇੰਟ ਤੋਂ ਪਹਿਲਾਂ ਕਿੰਨੇ ਡਿਜਿਟ ਹੈ ਪੁਆਇੰਟ ਤੋਂ ਪਹਿਲਾਂ 1 ਡਿਜਿਟ ਹੈ ਤਾਂ 1 ਦੇ ਵਿੱਚੋਂ 1 ਮਾਈਨਸ ਕਰਨਾ ਹੁੰਦਾ ਆਪਾਂ ਤੁਹਾਨੂੰ ਦੱਸਿਆ ਕੈਰੈਕਟਰਿਸਟਿਕ 0 ਆ ਗਿਆ ਫਿਰ ਪੁਆਇੰਟ ਲਗਾਉਣਾ। ਹੁਣ ਕੀ ਕਰਾਂਗੇ ਜਦੋਂ ਅਸੀਂ log ਲੈਣਾ log ਲੈਣ ਵਾਸਤੇ ਇਹਦੇ ਚ ਆ ਪੁਆਇੰਟ ਸਮਝ ਲਓ ਹੈ ਨਹੀਂ। ਇੱਕ ਵਾਰੀ ਤੁਸੀਂ ਇਹਨੂੰ ਇਹ ਸੋਚੋ ਕਿ 2 ਹੈ ਨਹੀਂ ਇਹਦੇ ਚ ਤਾਂ ਪੁਆਇੰਟ ਹੈ ਨਹੀਂ ਇਹ ਚ ਤਾਂ ਫਸਟ 2 ਡਿਜਿਟ 22 ਦੇ ਸਾਹਮਣੇ 0 ਦੇ ਨੀਚੇ ਅਸੀਂ ਦੇਖਾਂਗੇ ਔਰ 5 ਦਾ ਮੀਨ ਐਡ ਕਰਾਂਗੇ ਅਸੀਂ ਇਹਦੇ ਚ 22 ਦੇ ਸਾਹਮਣੇ logarithm ਦਾ ਟੇਬਲ ਦੇਖਾਂਗੇ ਅਸੀਂ। log ਟੇਬਲ ਸਾਡਾ ਆ ਸੀ 22 ਦੇ ਸਾਹਮਣੇ ਔਰ 0 ਦੇ ਨੀਚੇ ਆ ਨੰਬਰ ਆ ਗਿਆ प्लस 5 ਦਾ ਮੀਨ 5 ਦਾ ਮੀਨ ਹੈਗਾ 10 ਉਹ ਐਡ ਕਰਨਾ ਹੈ तो कितना बन गया 3424 plus 10 3424 plus 10 3424 plus 10 so it is 0.3434 so this is the value of log of this number। ਹੁਣ ਜੇ ਮੈਂ ਇਹਦਾ ਐਂਟੀ ਲੌਗ ਲੈ ਕੇ ਦਿਖਾਵਾਂ ਤੁਹਾਨੂੰ ਇਸ ਨੰਬਰ ਦਾ ਐਂਟੀ ਲੌਗ ਉਹ ਆਹ ਵਾਲਾ ਆਏਗਾ ਦੇਖ ਲੈਂਦੇ ਅਸੀਂ ਤਾਂ ਇੱਥੇ ਕੈਰੈਕਟਰਿਸਟਿਕਸ ਕਿੰਨੀ ਹੈ ਸਾਡੀ 0 ਹੈ ਤਾਂ ਐਂਟੀ ਲੌਗ ਲੈ ਕੇ ਦੇਖਦੇ ਆਪਾਂ ਐਂਟੀ ਲੌਗ ਆਫ 0.3434 ਦਾ ਐਂਟੀ ਲੌਗ ਲੈਣਾ। ਤੁਹਾਨੂੰ ਕੀ ਕਿਹਾ ਸੀਗਾ ਵੀ ਐਂਟੀ ਲੌਗ ਲੈਣ ਲੱਗੇ ਆ ਜਿਹੜਾ ਪੁਆਇੰਟ ਤੋਂ ਪਹਿਲਾਂ ਵਾਲਾ ਡਿਜਿਟ ਹੈ ਇਹਦਾ ਅਜੇ ਅਸੀਂ ਕੁਝ ਨਹੀਂ ਕਰਦੇ ਸੋ ਅਸੀਂ ਕੀ ਕਰਨਾ 0.34 ਦੇ ਸਾਹਮਣੇ 3 ਦੇ ਨੀਚੇ 4 ਦਾ ਵਿੱਚ ਮੀਨ ਐਡ ਕਰਨਾ ਐਂਟੀ ਲੌਗ ਦੇ ਟੇਬਲ ਦੇ ਵਿੱਚ 0.34 ਦੇ ਸਾਹਮਣੇ ਆ ਸੀ 0.34 ਆ ਸੀ ਦੇ ਸਾਹਮਣੇ ਤੇ 3 ਦੇ ਨੀਚੇ ਆ ਗਿਆ 2293 ਤੇ ਨਾਲ ਹੋਰ ਕੀ ਕਰਨਾ 4 ਦਾ ਮੀਨ ਐਡ ਕਰਨਾ 4 ਹੈਗਾ ਤੇ ਮੀਨ ਹੈਗਾ 2 ਸੋ ਇਹ ਕਿੰਨਾ ਆ ਗਿਆ 2203 plus 2 2203 plus 2 ਤੇ ਹੁਣ ਆਪਾਂ ਦੱਸੂਗਾ ਆ ਇਹਦਾ ਕੰਮ ਲੈਣਾ ਸੀ ਕਿ ਪੁਆਇੰਟ ਕਿੱਥੇ ਲਗਾਉਣਾ ਸੀ। ਪਹਿਲਾਂ ਇਹਨੂੰ ਐਡ ਕਰਕੇ ਲਿਖ ਲਈਏ ਅਸੀਂ 2203 plus 2 ਇਹ 2205 ਬਣ ਗਿਆ ਕਿ ਨਹੀਂ ਬਣ ਗਿਆ। ਹੁਣ ਕੰਮ ਕਰਾਂਗੇ ਅਸੀਂ ਕੈਰੈਕਟਰਿਸਟਿਕ ਤੋਂ ਲਵਾਂਗੇ
ਕਰੈਕਟਰਿਸਟਿਕ ਹੈਗਾ 0 0 ਦੇ ਵਿੱਚ ਇੱਕ ਐਡ ਕਰ ਲਾਂਗੇ ਤਾਂ ਇਹ ਕਹਿੰਦਾ ਵੀ ਇੱਕ ਡਿਜਿਟ ਛੱਡ ਕੇ ਪੁਆਇੰਟ ਲਗਾਓ ਆ ਗਿਆ 2.205 ਸੇਮ ਹੀ ਆ ਗਿਆ ਕਿ ਨਹੀਂ ਆ ਗਿਆ ਸੋ ਇਸ ਤਰ੍ਹਾਂ ਲੌਗ ਵੀ ਲੈਣਾ ਅਸੀਂ ਲੈ ਸਕਦੇ ਹਾਂ ਐਂਟੀ ਲੌਗ ਵੀ ਲੈ ਸਕਦੇ ਹੋਰ ਮੈਂ ਐਗਜ਼ਾਮਪਲ ਲੈ ਲਓ ਲੌਗ ਦੀ ਸਪੋਜ਼ ਤੁਸੀਂ ਲੌਗ ਲੈਣਾ ਹੈਗਾ 0.3871 ਦਾ ਲੌਗ ਲੈਣਾ ਹੈ ਜੀ ਹੁਣ ਇੱਥੇ ਇਹ ਤੋਂ ਪਹਿਲਾਂ ਕਿੰਨੇ ਡਿਜਿਟਸ ਨੇ ਕੋਈ ਡਿਜਿਟ ਹੈ ਹੀ ਨਹੀਂ ਪੁਆਇੰਟ ਤੋਂ ਪਹਿਲਾਂ क्यों भाई पॉइंट तो पहला कोई डिजिट है जे पॉइंट तो पहला कोई डिजिट नहीं है ਤੁਹਾਡੇ ਕੋਲੇ ਤਾਂ ਫਿਰ ਕਿਵੇਂ ਲਓਗੇ ਤੁਸੀਂ ਇਹਦਾ ਲੌਗ ਗੱਲ ਸਮਝ ਆਈ ਕਿ ਨਹੀਂ ਆਈ ਮੇਰੀ ਜੇ ਤੁਹਾਡੇ ਕੋਲ ਪੁਆਇੰਟ ਤੋਂ ਪਹਿਲਾਂ ਫਿਰ ਸਾਡੇ ਕੋਲ ਕਿੰਨਾ ਕਰੈਕਟਰਿਸਟਿਕ ਕਿੰਨਾ ਲਵਾਂਗੇ ਅਸੀਂ ਨੰਬਰ ਆਫ ਡਿਜਿਟਸ 0 ਇਹ ਚ ਇੱਕ ਮਾਈਨਸ ਕਰਨਾ ਸੀ ਹਮੇਸ਼ਾ ਜਿੰਨੇ ਡਿਜਿਟਸ ਨੇ ਉਹ ਚ ਇੱਕ ਮਾਈਨਸ ਕਰਨਾ ਤਾਂ -1 ਕਰੈਕਟਰਿਸਟਿਕ ਆਊਗਾ ਸਾਡੇ ਕੋਲ ਵਿੱਚ ਜਦੋਂ ਅਸੀਂ ਇਹਦਾ ਲੌਗ ਲਵਾਂਗੇ ਤਾਂ ਠੀਕ ਹੈ ਜੀ ਤਾਂ ਫਿਰ -1 ਨੂੰ ਅਸੀਂ ਕੀ ਲਿਖਦੇ ਹਾਂ 1 ਬਾਰ ਲਿਖ ਦਿੰਦੇ ਹਾਂ -1 ਦੀ ਬਜਾਏ ਅਸੀਂ ਠੀਕ ਹੈ ਜੀ 1 ਬਾਰ ਹੁਣ ਅਸੀਂ ਇਹਦਾ ਦੇਖਾਂਗੇ ਲੌਗ ਟੇਬਲ ਚ 38 ਦੇ ਸਾਹਮਣੇ 7 ਦੇ ਨੀਚੇ 1 ਦਾ ਵਿੱਚ ਮੀਨ ਐਡ ਕਰਾਂਗੇ ਅਸੀਂ ਇਹਦੇ ਚ देख लेना कितना आ गया ਤੁਹਾਡੇ ਕੋਲ सो लेट्स सी 38 ਦੇ ਸਾਹਮਣੇ 7 ਦੇ ਨੀਚੇ ਲੌਗ ਟੇਬਲ ਦੇ ਵਿੱਚ 30 ਕਿੰਨਾ ਸੀਗਾ 7 ਦੇ ਸਾਹਮਣੇ ਤੇ 38 ਸੀ ਕਿੰਨਾ ਸੀਗਾ ਭੁੱਲ ਗਿਆ ਮੈਂ 38 ਦੇ ਸਾਹਮਣੇ 7 ਦੇ ਨੀਚੇ 38 ਦੇ ਸਾਹਮਣੇ 7 ਦੇ ਨੀਚੇ देखो जरा 7 ਇੱਥੇ ਆਇਆ 5877 ਤੇ 1 ਦਾ ਮੀਨ 1 ਦੇ ਨੀਚੇ ਹੈਗਾ 1 ਤਾਂ ਇਹਨੂੰ ਐਡ ਕਰਾਂਗੇ 5878 ਆ ਗਿਆ ਹੈ this is how much 5878.5878 so this is the method to take anti-log of this ठीक है जी तो और log sorry log लेता है anti-log log this is log of suppose लेना है 0.328 कितना आ जाएगा log कैरेक्टरिस्टिक का यार -1 पॉइंट ਹੁਣ ਇਹ ਤਿੰਨ ਡਿਜਿਟ ਹੀ ਹੈ ਬਈ ਚੌਥਾ ਡਿਜਿਟ ਹੀ ਹੈ ਨਹੀਂ ਦੇਖੋ ਤਾਂ ਚੌਥਾ ਡਿਜਿਟ ਨਹੀਂ ਹੈਗਾ ਨਾ ਤਾਂ 0 ਲਗਾ ਸਕਦੇ ਹਾਂ ਅਸੀਂ ਐਂਡ ਤੇ ਰਾਈਟ ਤਾਂ ਹੁਣ ਕੀ ਕਰਾਂਗੇ ਅਸੀਂ 32 ਦੇ ਨੀਚੇ ਸੌਰੀ 32 ਦੇ ਸਾਹਮਣੇ 8 ਦੇ ਨੀਚੇ ਦੇਖਾਂਗੇ ਸਾਡਾ ਜਿਹੜਾ ਫੋਰਥ ਡਿਜਿਟ ਹੈ ਉਹ 0 ਹੈ ਹੀ ਨਹੀਂ ਤਾਂ 0 ਦਾ ਮੀਨ ਡਿਫਰੈਂਸ ਹੁੰਦਾ ਹੈ ਸਾਡੇ ਕੋਲ ਤਾਂ ਬਸ ਉਸ ਮੀਨ ਡਿਫਰੈਂਸ ਨਹੀਂ ਲਵਾਂਗੇ 32 ਦੇ ਸਾਹਮਣੇ 8 ਦੇ ਨੀਚੇ log 32 ਦੇ ਸਾਹਮਣੇ 8 ਦੇ ਨੀਚੇ ਇਹ ਆ ਗਿਆ 5159 कितना है 5159 5159 ठीक है सो फोर लॉग जैसे लॉग ऑफ एक और नंबर का लॉग लेके दिखा रहे हैं मैं तुहानू और ध्यान नाल देखो बड़ा डिफरेंट जा 00742 ਇਹਦਾ लॉग लेना है ਹੁਣ ਇਸ ਦੇਖੋ ਪੁਆਇੰਟ ਤੋਂ ਪਹਿਲਾਂ ਕਿੰਨੇ ਡਿਜਿਟਸ ਨੇ पॉइंट तो पहला कोई डिजिट नहीं है 0 है ਇਹਦੇ ਵਿੱਚ ਤਾਂ ਪੁਆਇੰਟ ਤੋਂ ਬਾਅਦ ਵੀ ਦੋ ਸਿਗਨੀਫੀਕੈਂਟ ਡਿਜਿਟ ਦੋ ਡਿਜਿਟਸ ਤੇ ਕੋਈ ਸਿਗਨੀਫੀਕੈਂਟ ਡਿਜਿਟ ਹੀ ਹੈ ਨਹੀਂ ਜ਼ੀਰੋਜ਼ ਨੇ ਇਹਦੇ ਵਿੱਚ ਤਾਂ ਨਾਲ ਦੀ ਨਾਲ ਪੁਆਇੰਟ ਤੋਂ ਪਿਛਲੇ ਕੁਐਸਚਨ ਤੋਂ ਪੁਆਇੰਟ ਇਸ ਤੋਂ ਪਹਿਲਾਂ ਕੋਈ ਡਿਜਿਟ ਹੈ ਨਹੀਂ ਸੀ ਪਰ ਪੁਆਇੰਟ ਤੋਂ ਬਾਅਦ ਤਾਂ ਨਾਲ ਹੀ ਡਿਜਿਟ ਆ ਗਿਆ ਸੀ ਨਾ ਇਹਦੇ ਵਿੱਚ ਤਾਂ ਪੁਆਇੰਟ ਤੋਂ ਬਾਅਦ ਵੀ ਦੋ ਡਿਜਿਟਸ ਜ਼ੀਰੋਜ਼ ਨੇ ਫਸਟ ਟੂ ਡਿਜਿਟਸ ਕੋਈ ਸਿਗਨੀਫੀਕੈਂਟ ਡਿਜਿਟ ਨਹੀਂ ਤਾਂ ਇਸ ਕੇਸ ਦੇ ਵਿੱਚ ਜਿਹੜਾ ਤੁਹਾਡਾ ਕਰੈਕਟਰਿਸਟਿਕ ਕਿੰਨਾ ਆਊਗਾ 0 ਦੇ ਵਿੱਚ ਇੱਕ ਤਾਂ ਅਸੀਂ ਮਾਈਨਸ ਕਰ ਦਿੰਦੇ ਹਾਂ ਕਿਉਂਕਿ ਡਿਜਿਟ ਇੱਥੇ ਕਿੰਨੇ ਡਿਜਿਟ ਹੈ ਕੋਈ ਡਿਜਿਟ ਨਹੀਂ 0 ਡਿਜਿਟ ਹੈ ਉਹ ਚ ਇੱਕ ਮਾਈਨਸ ਕਰ ਦਿੰਦੇ ਆਪਾਂ ਤੇ ਮਾਈਨਸ ਆ ਦੋ ਜਿੰਨੀਆਂ ਜ਼ੀਰੋਸ ਪੁਆਇੰਟ ਤੋਂ ਬਾਅਦ ਵੀ ਜਿੰਨੀਆਂ ਜ਼ੀਰੋਸ ਨੇ ਸਾਡੇ ਕੋਲੇ ਤਾਂ ਉਹਨੇ ਮਾਈਨਸ ਹੋਰ ਕਰਾਂਗੇ ਤਾਂ ਇੱਥੇ 3 ਬਾਰ ਆ ਜਾਊਗਾ ਸਾਡੇ ਕੋਲ ਇੱਥੇ ਇਟ ਵਿਲ ਬੀ 3 ਬਾਰ
ਪੁਆਇੰਟ ਫਿਰ ਆਪਣੇ ਕੋਲ ਹੋਣਾ ਸੀ। ਹੁਣ ਕੀ ਕਰਨਾ ਤੁਸੀਂ, ਇੱਕ ਤਰ੍ਹਾਂ ਨਾਲ ਜਦੋਂ ਵੀ ਤੁਸੀਂ ਲੌਗ ਲੈਣਾ ਹੈ ਆ ਪੁਆਇੰਟ ਸਮਝ ਲਓ ਵੀ ਹੈ ਹੀ ਨਹੀਂ ਇਹਦੇ ਚ, ਪੁਆਇੰਟ ਹੈ ਨਹੀਂ ਤਾਂ ਸਾਡੇ ਕੋਲ ਫਿਰ ਨੰਬਰ ਕੀ ਬਣ ਗਿਆ 007342 ਹੋਇਆ ਨਾ। ਆ 00 ਦਾ ਅੱਗੇ ਦਾ ਕੋਈ ਮੀਨਿੰਗ ਹੀ ਨਹੀਂ ਹੁੰਦਾ, ਤਾਂ 73 ਦੇ ਸਾਹਮਣੇ 4 ਦੇ ਨੀਚੇ 2 ਦਾ ਵਿੱਚ ਮੀਨ ਕੀ ਕਰਨਾ, 73 ਦੇ ਸਾਹਮਣੇ 4 ਦੇ ਨੀਚੇ ਤੇ 2 ਦਾ ਮੀਨ ਲੌਗ ਟੇਬਲ ਦੇ ਵਿੱਚ 73 ਦੇ ਸਾਹਮਣੇ ਤੇ 2 ਦੇ ਨੀਚੇ ਪਲੱਸ 3 ਦਾ ਮੀਨ, 3 ਦਾ ਮੀਨ ਹੈਗਾ 2, ਸੋ 8642 प्लस 2 यही है 8645 प्लस 2 8647 हो गया है। इट इज 86, मैं कुछ गलत तो नहीं लगा 73 के सामने 4 के नीचे, हाँ गलत रहता 73 के सामने 4 के नीचे लेना सी ते 2 का मीन ऐड करना, 73 ਦੇ ਸਾਹਮਣੇ 4 ਦੇ ਨੀਚੇ ਲੈਣਾ ਆ ਸੀ ਪਲੱਸ 2 ਦਾ ਮੀਨ ਜਿਹੜਾ ਹੈਗਾ 1 8658 ਹੋ ਗਿਆ ਕਿ 3 ਦਾ ਮੀਨ ਹੈ 8658 है ना, हाँ 8658 है, so it is 8658। ਸੋ ਇਹਦਾ ਲੌਗ ਇਤਮ ਆਇਆ, ਇੱਥੇ ਪਤਾ ਚੱਲ ਗਿਆ ਕੀ ਕੀਤਾ ਇਹਦੇ ਚ, ਇਹ ਕਈ ਵਾਰੀ ਧਿਆਨ ਨਹੀਂ ਆਉਂਦਾ। ਪੁਆਇੰਟ ਤੋਂ ਪਹਿਲਾਂ ਕੋਈ ਡਿਜਿਟ ਨਹੀਂ, ਮਾਈਨਸ ਉਹਦੇ ਕਰਕੇ ਆ ਗਿਆ। ਪੁਆਇੰਟ ਤੋਂ ਬਾਅਦ ਵੀ ਸਾਡੇ ਕੋਲ 2 ਡਿਜਿਟਸ ਜ਼ੀਰੋ ਨੇ, ਫਸਟ 2 ਡਿਜਿਟਸ ਤਾਂ -2 ਆ ਗਿਆ। ਜੇ ਇੱਕ ਡਿਜਿਟ ਜ਼ੀਰੋ ਹੁੰਦਾ ਪਹਿਲਾਂ ਤਾਂ -1 ਹੋ ਜਾਣਾ, ਜੇ 3 ਡਿਜਿਟ ਜ਼ੀਰੋ ਹੁੰਦੇ ਇੱਥੇ ਵੀ ਜ਼ੀਰੋ ਹੁੰਦਾ ਸਪੋਜ਼, ਫਿਰ -3 ਹੋ ਜਾਣਾ ਸੀਗਾ। ਸੋ ਮੇਰੇ ਖਿਆਲ ਗੱਲ ਸਮਝ ਆ ਗਈ ਹੋਣੀ ਤੁਹਾਨੂੰ ਕਿ ਕਿਸ ਤਰ੍ਹਾਂ ਲੈਣੀ। हाँ जॉन बोलो। समझ गए सर। ओके गुड, बस आही मुश्किल थोड़ा सा। हाँ जी बोलो। 3 बार का मतलब -1 ही होगा ना, 3 बार का मतलब -3, बार का मतलब -3 जगह से बाहर लगा देना बस। ओके सर। सर यहाँ mn फॉर्मूला से कर सकते हैं, m over n वाला? ਇਹਦਾ ਐਕਚੁਅਲੀ ਮੀਨਿੰਗ ਪਤਾ ਕੀ ਇਹਦਾ ਮੀਨਿੰਗ ਹੈਗਾ ਕਿ -1 प्लस 0.5878, ਆ ਵਾਲਾ ਪਾਰਟ ਪੋਜ਼ਿਟਿਵ ਹੈ, ਆ ਵਾਲਾ ਪਾਰਟ ਨੈਗੇਟਿਵ ਹੈ। ਇਹਦਾ ਮਤਲਬ ਕੀ ਹੈਗਾ -3 प्लस 0.8658, ਇਹਦਾ ਮਤਲਬ ਇਹ ਹੈ ਕਿ ਆ ਵਾਲਾ ਪਾਰਟ ਨੈਗੇਟਿਵ ਹੈ, ਆ ਵਾਲਾ ਪਾਰਟ ਪੋਜ਼ਿਟਿਵ ਹੈ। ਸੋ ਠੀਕ ਹੈ ਜੀ, ਇਹ ਵੀ ਗੱਲ ਕਲੀਅਰ ਹੋ ਗਈ ਕਿ नहीं? हाँ ਤੁਸੀਂ ਕੀ ਪੁੱਛ ਰਹੇ ਸੀ? ਪੁੱਛ सर हम इसको m over n फॉर्मूला से कर सकते हैं? हाँ हाँ बिल्कुल, जो लॉग ਦੇ ਸਾਰੇ ਫਾਰਮੂਲਾ ਤਾਂ ਅਸੀਂ ਕਰ ਹੀ ਸਕਦੇ ਹਾਂ। ਆ ਦੇਖੋ ਹੁਣ ਅਸੀਂ ਇਹਦੀ ਐਪਲੀਕੇਸ਼ਨ ਕਰਦੇ ਹਾਂ ਥੋੜੀ ਜਿਹੀ, ਤੁਹਾਨੂੰ ਐਂਟੀ ਲੌਗ ਵੀ ਲੈਣਾ ਆ ਗਿਆ। ਅੱਛਾ, ਐਂਟੀ ਲੌਗ ਲੈਣ ਵਾਸਤੇ ਇੱਕ ਗੱਲ ਤੁਹਾਨੂੰ ਦੱਸਣੀ ਸੀਗੀ, ਜੇ ਅਸੀਂ ਜਦੋਂ ਅਸੀਂ ਕਿਸੇ ਵੀ ਨੰਬਰ ਦਾ ਐਂਟੀ ਲੌਗ ਲੈਂਦੇ ਆ, ਜਿਸ ਤਰ੍ਹਾਂ ਅਸੀਂ ਜੇ ਮੰਨ ਲਓ -3.2176 ਸਪੋਜ਼ ਆ ਨੰਬਰ ਹੈ, ਤਾਂ ਇਹ ਜਿਹੜਾ ਨੰਬਰ ਹੈ ਇਹ ਸਾਰਾ ਨੰਬਰ ਕੀ ਹੈ, ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਇਹਦਾ ਕਰੈਕਟਰਿਸਟਿਕ -3 ਹੈ, ਮਾਈਨਸ ਹੀ 0.2176 ਹੈ, ਦੋਨੋਂ ਮਾਈਨਸ ਹੈ ਨਾ ਇਹਦੇ ਚ। ਇਹਦੇ ਤੇ ਇਹਦੇ ਚ ਫਰਕ ਹੈ, ਜੇ ਮੈਂ -3.8658 ਲਿਖਿਆ ਤੇ ਜੇ 3 ਬਾਰ 0.8658 ਲਿਖਿਆ, ਦੋਨੋਂ ਗੱਲਾਂ ਚ ਫਰਕ ਹੈ। ਕੀ ਫਰਕ ਹੈ? ਇਹਦੇ ਚ ਤਾਂ ਇਕੱਲਾ ਵਾਲਾ ਨੈਗੇਟਿਵ ਆ, ਪੋਜ਼ਿਟਿਵ ਹੈ। ਜਦੋਂ ਅਸੀਂ ਇਸ ਤਰ੍ਹਾਂ ਲਿਖਿਆ, ਇਹਦਾ ਮਤਲਬ ਕੀ ਹੈ, ਸਾਰਾ ਹੀ ਨੈਗੇਟਿਵ ਹੈ। ਇਹ ਨੰਬਰ ਕੀ ਹੈ -3 ਹੈ, ਮਾਈਨਸ ਹੀ 0.8658 ਹੈ। ਪਤਾ ਚੱਲ ਗਿਆ ਦੋਨੋਂ ਗੱਲਾਂ 'ਚ ਫਰਕ। ਤਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਦੱਸਣੀ ਹੈਗੀ ਹੈ, ਉਹ ਹੈ ਐਂਟੀ ਲੌਗ ਅਸੀਂ ਇਕੱਲੇ ਉਸ ਨੰਬਰ ਦਾ ਲੈ ਸਕਦੇ ਜਿਹਦਾ ਮੰਟੀਸਾ ਪੋਜ਼ਿਟਿਵ ਹੋਵੇ। ਹੁਣ ਇਹਦੇ 'ਚ ਕਰੈਕਟਰਿਸਟਿਕ ਨੈਗੇਟਿਵ ਹੈ, ਇਹਦਾ ਮੰਟੀਸਾ ਵਾਲਾ ਜਿਹੜਾ ਪੁਆਇੰਟ ਤੋਂ ਪਿਛਲੇ ਵਾਲਾ ਪਾਰਟ ਹੁੰਦਾ, ਮੰਟੀਸਾ ਹੁੰਦਾ, ਉਹ ਵੀ ਨੈਗੇਟਿਵ ਹੈ। ਦੋਨੋਂ ਨੈਗੇਟਿਵ ਹੈ। ਜਦੋਂ ਦੋਨੋਂ ਨੈਗੇਟਿਵ ਹੋਣ, ਅਸੀਂ ਫਿਰ ਜੇ ਮੰਟੀਸਾ ਨੈਗੇਟਿਵ ਹੈ ਤਾਂ ਅਸੀਂ ਐਂਟੀ ਲੌਗ ਨਹੀਂ ਲੈ ਸਕਦੇ। ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪੈਂਦਾ ਹੈ, ਇਹ 'ਚ ਐਂਟੀ ਲੌਗ ਲੈਣ ਵਾਸਤੇ ਤੇ ਪਹਿਲਾਂ ਅਸੀਂ ਇਹਦਾ ਕਰੈਕਟ ਮੰਟੀਸਾ ਜਿਹੜਾ ਹੈਗਾ ਉਹ ਪੋਜ਼ਿਟਿਵ ਬਣਾਵਾਂਗੇ। ਜਿਵੇਂ ਹੁਣ ਮੈਂ ਤੁਹਾਡਾ ਆਹੀ ਗੱਲ ਕਰਾਂ, ਜੇ ਇਸ ਨੰਬਰ ਦਾ ਮੈਂ
एंटी लॉग लेना है ਇਹਦਾ 3 बार 0.8658 ਇਹਦਾ एंटी लॉग ਲੈਣ 'ਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਹਦਾ ਮੰਟੀਸਾ ਪਹਿਲਾਂ ਹੀ ਪੋਜ਼ਿਟਿਵ ਹੈ ਸਾਡੇ ਕੋਲ ਕਰੈਕਟਰਿਸਟਿਕ -3 ਹੈ ਮੰਟੀਸਾ ਪੋਜ਼ਿਟਿਵ ਪਰ ਜੇ ਇਹ ਨੰਬਰ ਆ ਹੁੰਦਾ एंटी लॉग ऑफ -3.8658 फिर ਇਹਦਾ डिफरेंट एंटी लॉग ਆਊਗਾ ਕਿਵੇਂ ਲੈਣੇ ਉਹ ਦੋਨੋਂ ਦਿਖਾਉਣਾ ਤੁਹਾਨੂੰ ਇਹਦਾ एंटी लॉग ਤਾਂ ਦੇਖੋ ਪੁਆਇੰਟ ਤੋਂ ਪਹਿਲਾਂ ਵਾਲਾ ਜਿਹੜਾ ਕਰੈਕਟਰਿਸਟਿਕ ਅਸੀਂ ਇਹਨੂੰ ਪਹਿਲਾਂ ਛੇੜਦੇ ਨਹੀਂ ਕੁਝ ਨਹੀਂ ਕਰਦੇ ਕੀ ਕਰਾਂਗੇ 0.86 ਦੇ ਸਾਹਮਣੇ 5 ਦੇ ਨੀਚੇ 8 ਦਾ ਜਿਹੜਾ ਤੁਹਾਡਾ ਮੀਨ ਡਿਫਰੈਂਸ ਆ ਉਹ ਐਡ ਕਰ ਦਾਂਗੇ ਕਿੱਥੇ एंटी लॉग ਦੇ ਵਿੱਚ 0.86 ਦੇ ਸਾਹਮਣੇ 5 ਦੇ ਨੀਚੇ 0.86 ਦੇ ਸਾਹਮਣੇ 5 ਦੇ ਨੀਚੇ ਆਹ ਨੰਬਰ ਆ ਗਿਆ 7328 ਨੰਬਰ ਆ ਗਿਆ ਠੀਕ ਹੈ ਜੀ ਫਿਰ ਸਾਡਾ ਨੰਬਰ ਹੈਗਾ 8 ਹੁਣ ਇਹਦੇ ਅੱਗੇ ਲੈ ਜਾਓ 8 ਤੇ 8 ਦੇ ਜਿਹੜੀ ਮੀਨ ਡਿਫਰੈਂਸ ਹੈ ਉਹ 13 ਹੈ 13 ਐਡ ਕਰ ਲਓ 7328 ਦੇ 13 ਐਡ ਕਰਾਂਗੇ 7341 ਆ ਗਿਆ ਹੈ 7341 ਓਕੇ ਹੁਣ ਅਸੀਂ ਦੇਖਣਾ ਹੈਗਾ ਕਿ ਇਹਦਾ 7341 ਆਇਆ ਕਿ 7342 ਆਇਆ ਚਲੋ ਦੇਖੋ ਓਕੇ ਹੁਣ ਅਸੀਂ ਦੇਖਣਾ ਵੀ ਪੁਆਇੰਟ ਕਿੱਥੇ ਲਗਾਉਣਾ ਅਸੀਂ ਆ ਕਰੈਕਟਰਿਸਟਿਕ ਕਿੰਨਾ ਇਹਦਾ -3 है ਆਪਾਂ ਕੀ ਕਰਦੇ ਨੇ 1 ਐਡ ਕਰ ਲੈਂਦੇ ਤੇ -2 ਡਿਜਿਟ ਛੱਡ ਕੇ ਜੇ 2 ਡਿਜਿਟ ਛੱਡ ਕੇ ਹੁੰਦਾ ਫਿਰ ਤਾਂ ਇੱਥੇ ਆ ਜਾਣਾ ਸੀ 73.41 ਆ ਜਾਣਾ ਸੀ ਪਰ -2 ਡਿਜਿਟ ਛੱਡ ਕੇ ਹੈ -2 ਡਿਜਿਟ ਛੱਡ ਕੇ ਦਾ ਮਤਲਬ ਕਿ ਇਸ ਤੋਂ ਅੱਗੇ 2 ਜ਼ੀਰੋਜ਼ ਲਗਾ ਕੇ ਫਿਰ ਪੁਆਇੰਟ ਲਗਾਉਣਾ ਤਾਂ ਇੱਥੇ ਇੰਨਾ ਕੁ ਫਰਕ ਪੈ ਜਾਂਦਾ ਹੁੰਦਾ ਕਈ ਵਾਰੀ 7th ਕਿੰਨਵਾਂ ਡਿਜਿਟ 6th ਡਿਜਿਟ ਤੇ ਜਾ ਕੇ ਕਈ ਵਾਰੀ ਫਰਕ ਪੈ ਜਾਂਦਾ ਮੂਵੀ ਦਾ ਤੋਂ ਖਾਸ ਗੱਲ ਨਹੀਂ ਹੈ ਹੁਣ ਮੈਂ ਤੁਹਾਨੂੰ ਇਹਦਾ ਐਂਟੀ ਲੌਗ ਦੱਸਣਾ ਕਿਵੇਂ ਕਰਾਂਗੇ ਇਹਦੇ ਐਂਟੀ ਲੌਗ ਦੇ ਵਿੱਚ ਕੀ ਹੈ ਐਕਚੁਅਲੀ ਇਹ ਨੰਬਰ ਹੈਗਾ -3 -0.8658 ਮੈਂ ਇਹਨੂੰ ਕੀ ਕਰੂੰਗਾ ਆ ਕਰੈਕਟਰਿਸਟਿਕ ਮੰਟੀਸਾ ਮੇਰਾ 네ਗੇਟਿਵ ਹੈ ਇਹਨੂੰ ਮੈਂ ਪੋਜ਼ਿਟਿਵ ਬਣਾਉਂਗਾ ਕਿੱਦਾਂ ਬਣਾਉਣਾ ਇਹ ਦੇਖੋ ਮੈਂ ਇੱਥੇ -4 ਕਰ ਲੈਣਾ +1 ਕਰ ਲੈਣਾ मैं की किया एक माइनस का बढ़ा लिया एक प्लस कर लिया तो फर्क नहीं पिया -3 की बजाय -4 करता एक प्लस कर लिया ते -0.8658 ठीक है तो ये आ गया साडे कोले -4 प्लस आ 1 दे विचों माइनस करके कितना रह गया साडे कोले ये बच गया तुहाडे कोल 2 4 3 1 एक 0.13412 प्लस आ गया तो ये आ गया साडे कोल इनू मैं लिख सकता हूं 4 बार 0.1342 हाँ मेरे बच्चे सो हुण जे असीं इहदा एंटी लॉग लेना तां किवें किहदा एंटी लॉग लवांगे दिस विल बी एंटी लॉग ऑफ -3.8658 ਜਿਹੜਾ एंटी लॉग है that is एंटी लॉग of 4 बार 0.1342 ਹੁਣ ਦੇਖੋ ਆ 네ਗੇਟਿਵ ਹੈ ਆ ਪੋਜ਼ਿਟਿਵ ਹੈ ਠੀਕ ਹੈ ਜੀ ਤਾਂ 1342 ਦਾ ਅਸੀਂ एंटी लॉग ਦੇ ਵਿੱਚ ਦੇਖਾਂਗੇ 0.13 ਦੇ ਸਾਹਮਣੇ ਉਹਦੇ ਨੀਚੇ 2 ਦਾ ਵਿੱਚ ਮੀਨ ਐਡ ਕਰ ਲਾਂਗੇ एंटी लॉग ਦੇ ਵਿੱਚ 13 ਦੇ ਸਾਹਮਣੇ 4 ਦੇ ਨੀਚੇ नंबर है 1361 प्लस 2 का मीन हैगा 1 1362 आ गया है सो दिस इज 1362 ਹੁਣ ਅਸੀਂ ਆ ਕੈਰੈਕਟਰਿਸਟਿਕ ਦਾ ਕੰਮ ਲਵਾਂਗੇ ਕੈਰੈਕਟਰਿਸਟਿਕ ਹੈਗਾ -4 ਦੇ ਚ ਐਡ ਕਰਾਂਗੇ -3 ਇਹਦਾ ਮਤਲਬ 3 ਡਿਜਿਟ ਅੱਗੇ ਨੂੰ -3 ਡਿਜਿਟ ਛੱਡ ਕੇ ਇਹ ਇੱਥੇ ਸਾਡੇ ਕੋਲ ਪੁਆਇੰਟ ਲਗਾਉਣਾ ਸੋ ਇਹਦਾ ਐਂਟੀ ਲੌਗ ਜਿਹੜਾ ਉਹ ਆ ਵਾਲਾ ਹੋਊਗਾ सो दोनों गल्लां फर्क पता लग गया तुहानूं ठीक है सो ये तुहाडे कोल है लॉग ते एंटी लॉग तुसीं क्वेश्चन कर सकते हो तुहानूं पता लग जाऊगा
मैं और एक दी एग्जांपल करदा कहना जे तुहानू क्वेश्चन दिते ने log 6.4 दी वैल्यू ਦਿੱਤੀ ਹੋਈ ਤੁਹਾਨੂੰ ऑलरेडी गिवन है 8062 गिवन है ते log 0.08 दी वैल्यू ਅਸੀਂ ਪਤਾ ਕਰਨੀ है ठीक है सो सोचो ਇਹਨੂੰ ਕਿਵੇਂ ਲਿਖਾਂਗੇ ਅਸੀਂ ਇਹਦੀ ਵੈल्यू ਕਿੱਥੋਂ ਪਤਾ ਕਰਾਂਗੇ 0.08 ਦੀ ਵੈल्यू ਦੇਖਣੀ ਹੈ ਅਸੀਂ ਤਾਂ ਮੈਂ ਇਹਨੂੰ ਸੋਲਵ ਕਰਦਾ मैं तो टेबल नहीं यूज कर रहा बिना टेबल तो जे करना होगा हाउ टू डू दैट मेरा log 6.4 है इसे log of 64/10 भी लिख सकते हैं तो log 64 minus log 10 लिख सकते हैं बेस 10 है सर तो log 64 ਨੂੰ मैं log 8 ਦਾ ਸਕੁਆਇਰ ਲਿਖ ਸਕਦਾ माइनस log 10 to base 10 ਦੀ ਵੈਲਿਊ ਤਾਂ 1 ਹੋਗੀ ਤਾਂ 2 ਅੱਗੇ ਲੈ ਕੇ ਆ ਸਕਦੇ ਅਸੀਂ ਤਾਂ 2 ਅੱਗੇ ਆ ਕੇ ਅਗਰ 2 log 8 minus 1 ਹੈ ਪਰ ਸਾਨੂੰ ਇਹਦੀ ਵੈਲਿਊ ਦਿੱਤੀ ਹੋਈ ਹੈ 0.8062 ਦਿੱਤੀ ਹੋਈ ਹੈ ਤਾਂ ਆ 1 ਨੂੰ ਜੇ ਅਸੀਂ ਉਸ ਸਾਈਡ ਤੇ ਲੈ ਜੇ ਸ਼ਿਫਟ ਕਰ ਦਈਏ ਤਾਂ ਤੁਹਾਡੇ ਕੋਲੇ 2 log 8 ਦੀ ਵੈਲਿਊ ਕਿੰਨੀ ਆ ਜਾਊਗੀ ਕਿਉਂਕਿ 1.8062 तो जो log 8 की करनी होगी तो आप 2 से डिवाइड कर लेना दोनों साइड से 2 को डिवाइड करके आ गया 0.9031 तो हम थोड़े को log 8 की वैल्यू आ गई ਅਸੀਂ ਹੁਣ log ਇਹਦੀ ਵੈल्यू ਪਤਾ ਕਰਨੀ ਹੈ ਨਾ ਇਹਨੂੰ ਮੈਂ ਲੈ ਕੇ ਆਉਣਾ log 0.08 ਨੂੰ ਅਸੀਂ ਲਿਖ ਸਕਦੇ ਹਾਂ log ਜੇ ਅਸੀਂ ਪੁਆਇੰਟ ਕਦੋਂ ਕਰੇ log 8/100 ਹੋ ਜਾਊਗਾ This is log 8 minus log 100 तो log 8 ਦੀ ਵੈਲਿਊ ਕੋਲ ਆਪਾਂ ਕੱਢੀ ਉੱਤੇ 9031 ਹੈ log 100 ਜਿਹੜਾ ਹੈਗਾ 100 ਨੂੰ ਅਸੀਂ 10 ਦਾ ਸਕੁਆਇਰ ਲਿਖ ਲਾਂਗੇ ਟੂ ਬੇਸ 10 ਆ 2 ਪਾਵਰ ਅੱਗੇ ਆ ਜਾਊਗੀ ਤਾਂ log 10 ਟੂ ਬੇਸ 10 ਦੀ ਵੈਲਿਊ ਸਾਨੂੰ ਪਤਾ ਕਿੰਨੀ ਹੁੰਦੀ ਹੈ 1 ਹੋ ਜੂਗੀ ਸੋ ਇਹ ਮਾਈਨਸ ਕਰਾਂਗੇ ਤਾਂ ਇਹ ਆ ਜਾਊਗਾ ਤੁਹਾਡੇ ਕੋਲ -1.9690 आंसर माइनस करके ठीक है सो इस तरह से पता कर सकते हैं एक हम ਤੁਹਾਨੂੰ क्वेश्चन करदा ਹੋਰ ਐਪਲੀਕੇਸ਼ਨ ਅਸੀਂ ਇਹਦੀ ਕਰਦੇ ਹਾਂ ਬੜੀ ਵਧੀਆ ਐਪਲੀਕੇਸ਼ਨ ਹੈ ਸਾਨੂੰ log 2 ਦੀ ਵੈਲਿਊ ਦਿੱਤੀ ਹੋਈ ਹੈ ਬੇਸ 10 ਨਾਲ ਇਹ ਹੈਗੀ ਹੈ 0.3010 ਸਾਨੂੰ ਕਹਿੰਦਾ ਫਾਈਂਡ ਦਾ ਨੰਬਰ ਆਫ ਡਿਜਿਟਸ ਇਨ 2 to power 15 2 to power 15 ਨੂੰ ਜੇ ਅਸੀਂ ਐਕਸਪੈਂਡ ਕਰਕੇ ਲਿਖੀਏ ਪੂਰਾ ਨੰਬਰ ਦਾ ਲਿਖੀਏ ਤਾਂ ਉਸ ਕਿੰਨੇ ਡਿਜਿਟ ਆਣਗੇ ਅਸੀਂ ਇਹ ਪਤਾ ਕਰਨਾ ਚਾਹੁੰਦੇ ਇਹਨੂੰ x ਲਿਖ ਲੈਣਾ ਮੈਂ ਇਹਦਾ log ਲਵਾਂ log x ਵੈਲਿਊ log of 2 to power 15 ਬੇਸ 10 ਹੈ ਸਰ ਤਾਂ ਪਾਵਰ ਫਾਰਮੂਲਾ ਨਾਲ 15 ਅੱਗੇ ਆ ਜਾਊਗਾ 15 ਅੱਗੇ ਆ ਕੇ log 2 ਆਵੇ log 2 ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ ਉਹਨੇ 0.3010 ਜੇ ਮਲਟੀਪਲਾਈ ਕਰੂੰਗਾ ਇਹਨੂੰ ਮੈਂ 0 15 45 ਤੇ ਆਹ ਵਾਲਾ ਵੈਲਿਊ ਹੈ ਨਾ 4.5150 ਸੋ log x ਆ ਜਿਹੜਾ x ਹੈ ਨੰਬਰ ਜਿਹੜਾ x ਨੰਬਰ ਹੈ ਇਹਦਾ log ਆ ਰਿਹਾ 4.5150 ਰਾਈਟ ਤਾਂ ਇਹਦਾ ਮਤਲਬ ਆ ਸਾਨੂੰ ਕੀ ਦੱਸਦਾ ਹੁੰਦਾ ਬਈ ਇਹ ਆਪਾਂ ਕਿੱਥੋਂ ਲਿਖਦੇ ਹੁੰਦੇ ਜਦੋਂ ਕਿਸੇ ਨੰਬਰ ਦਾ ਜਿਵੇਂ log 67283 ਜੇ ਆ ਹੋਵੇ ਸਪੋਜ਼ ਇਸ ਪੁਆਇੰਟ ਤੋਂ ਪਹਿਲਾਂ 5 ਡਿਜਿਟਸ ਨੇ ਤਾਂ ਕੈਰੈਕਟਰਿਸਟਿਕ ਕਿੰਨੀ ਹੈ ਉਹਦੀ 4 ਤਾਂ ਆ ਕੈਰੈਕਟਰਿਸਟਿਕ ਸਾਨੂੰ ਕੀ ਦੱਸਦਾ ਕਿ ਉਸ ਨੰਬਰ ਦੇ ਵਿੱਚ ਜਿਹੜਾ ਜਿਹਦਾ ਅਸੀਂ log ਲੈ ਰਹੇ ਹਾਂ ਅਸੀਂ x ਦਾ log ਲੈ ਰਹੇ ਨਾ ਇੰਨਾ ਆਇਆ ਇਹਦਾ ਮਤਲਬ x ਦੇ ਵਿੱਚ ਪੁਆਇੰਟ ਤੋਂ ਪਹਿਲਾਂ 4 ਡਿਜਿਟਸ ਨੇ ਸੌਰੀ 5 ਡਿਜਿਟਸ ਨੇ ਤਾਂ ਕੈਰੈਕਟਰਿਸਟਿਕ 4 ਆਇਆ ਇੱਥੇ ਰਾਈਟ ਅੱਛਾ ਇੱਕ ਗੱਲ ਹੋਰ ਦੱਸੋ x ਦੇ ਵਿੱਚ ਪੁਆਇੰਟਾਂ ਦੇ ਵਿੱਚ ਨੰਬਰ ਆਊਗਾ ਕੋਈ ਕੁਝ ਨਹੀਂ ਆਉਣਾ ਸਰ ਹੋਲ ਨੰਬਰ ਹੀ ਆਊਗਾ ਪੂਰਾ ਦਾ ਪੂਰਾ ਤਾਂ ਇਸ ਕਰਕੇ ਇਹਦਾ ਮਤਲਬ ਕੀ ਹੈਗਾ ਕਿ ਜਿਹੜਾ x ਹੈ
ਜਾਂ ਇਹ ਕਰੋ 2 to power 15 ਹੈ, ਕਿੰਨੇ ਡਿਜਿਟ ਆਣਗੇ 5. now characteristic is 4, therefore x has 4 plus 1 digits. ਜੇ 5 digits ਹੋਣਗੇ ਤਾਂ ਹੀ ਇੱਥੇ characteristic 4 ਲਵਾਂਗੇ ਨਾ ਅਸੀਂ, ਸਮਝ ਆ ਗਈ ਗੱਲ ਕਿ ਨਹੀਂ ਹੈ? ਸੋ ਇਸ ਤਰ੍ਹਾਂ ਦੇ ਕੁਐਸਚਨ ਨੇ ਤੁਹਾਡੇ ਕੋਲ, ਮੈਂ ਤੁਹਾਨੂੰ ਥੋੜੇ ਜਿਹੇ ਕੁਐਸਚਨਸ ਭੇਜਦਾ ਫੋਟੋ ਤੇ ਤੁਸੀਂ ਉਹਨੂੰ ਟਰਾਈ ਕਰਿਓ। ਕੱਲ ਵਾਲੀ ਐਕਸਰਸਾਈਜ਼ ਸਾਰੀ ਨਹੀਂ ਹੋਈ ਤੁਹਾਡੇ ਕੋਲੋਂ ਕਿ ਹੋ ਗਈ? ਸਰ